ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਮੁਹੰਮਦ ਸਰਫਰਾਜ਼ ਜੀ ਇਸ ਵੇਲੇ ਡਾਕਟਰ ਮਹਿਮੂਦ ਸਲੀਮ ਸਾਹਿਬ ਦੇ ਕੋਲ ਉਹਨਾਂ ਦੇ ਡੇਰੇ ਤੇ ਹਾਜ਼ਰ ਹਾਂ ਜੀ। ਡਾਕਟਰ ਸਾਹਿਬ ਸਲਾਮ ਅਲੈਕਮ ਜਨਾਬ। ਵਾਲੇਕੁਮ। ਡਾਕਟਰ ਸਾਹਿਬ ਪਹਿਲਾਂ ਤਾਂ ਇਹ ਦੱਸੋ ਤੁਸੀਂ ਹਿਕਮਤ ਦੇ ਨਾਲ ਹੋਰ ਕਿਹੜਾ ਤਰੀਕਾ ਇਲਾਜ ਇਸਤੇਮਾਲ ਕਰਦੇ ਜੀ? ਮੈਂ ਹੋਮਿਓਪੈਥ ਹੀ ਹਾਂ। ਹੋਮਿਓਪੈਥ ਔਰ ਹਿਕਮਤ ਹਾਂਜੀ ਤਿਬ, ਠੀਕ ਹੈ ਜੀ। ਤੇ ਡਾਕਟਰ ਸਾਹਿਬ ਤੁਹਾਡੀ ਜਿਹੜੀ ਜ਼ਿਆਦਾ ਮਸ਼ਹੂਰੀ ਹੈ ਉਹ ਕਿ ਤੁਸੀਂ ਭਲਵਾਨਾਂ ਦੇ ਡਾਕਟਰ। ਜੀ ਕੋਈ ਡਾਕਟਰ ਕਿਸੇ ਚੀਜ਼ ਦਾ ਹੁੰਦਾ, ਕੋਈ ਹਾਰਟ ਸਪੈਸ਼ਲਿਸਟ ਹੁੰਦਾ, ਕੋਈ ਚੈਸਟ ਸਪੈਸ਼ਲਿਸਟ ਹੁੰਦਾ, ਕੋਈ ਆਰਥੋ ਸਪੈਸ਼ਲਿਸਟ, ਤੁਸੀਂ ਭਲਵਾਨ ਸਪੈਸ਼ਲਿਸਟ ਆ। ਇਹ ਕੀ ਗੱਲ ਹੈ ਜੀ? ਅਸਲ 'ਚ ਪਹਿਲੇ ਮੇਰਾ ਸ਼ੌਕ ਸੀ ਜੀ। ਅੱਛਾ ਜੀ, ਭਲਵਾਨੀ। ਹਾਂਜੀ ਠੀਕ ਹੈ ਉਹਦੇ ਜੀ। ਵਿੱਚ ਮੈਨੂੰ ਵੀ ਚੋਟ ਹੀ ਲੱਗੀ ਜੀ। ਅੱਛਾ ਜੀ। ਔਰ ਮੇਰੀ ਸ਼ੁਰੂ 'ਚ ਹੀ ਜੀ ਜੂਨੀਅਰ ਲੈਵਲ ਤੋਂ ਹੀ ਜੀ ਖੇਡ ਖਤਮ ਹੋ ਗਈ। ਜੀ। ਮੈਂ ਇਹ ਸੋਚਿਆ ਕਿ ਜਿਹੜੀ ਗੇਮ ਬਸ ਹੋ ਜਾਂਦੀ ਹੈ, ਬਸ ਨਹੀਂ ਹੋਣਾ। ਕਿਸੇ ਦਾ ਵੀ ਸ਼ੌਕ ਪੂਰਾ ਹੋਣਾ चाहिए। वाह जी वाह, सुबहान अल्लाह। यानी तुसी क्या अपन के जो संग हुआ था बच्चों के वो संग ना होने देंगे। ਸ਼ਾਇਦ हाँ जी। ਸ਼ਾਇਦ ਉਸ ਸ਼ੌਕ ਨੂੰ ਤੁਸੀਂ ਫਿਰ ਇਸ ਤਰ੍ਹਾਂ ਪ੍ਰਵਾਨ ਚੜਾਇਆ ਕਿ ਤੁਸੀਂ ਭਲਵਾਨਾਂ ਦਾ ਇਲਾਜ ਕਰਨ ਲੱਗ ਪਏ। ਹਾਂਜੀ। ਠੀਕ ਹੈ ਜੀ। ਤੁਸੀਂ ਜੀ ਕੌਡੀ ਦੇ ਜਿਹੜੇ ਮਾਇਆਨਾਜ਼ ਹੈਗੇ ਆ ਸਾਡੇ ਇੱਕ ਵੱਡਰ, ਉਹਨਾਂ ਦੇ ਵੀ ਕੰਸਲਟੈਂਟ ਹੈ ਜੀ। ਇਹਨਾਂ ਖਿਲਾੜੀਆਂ ਦੇ ਜ਼ਿਆਦਾ ਮਸਾਇਲ ਕੀ ਹੁੰਦੇ ਜੀ ਸਿਹਤ ਦੇ ਹਵਾਲੇ ਨਾਲ? ਬਾਜ਼ ਫਿਟਨੈਸ ਦੇ ਮਸਲੇ ਇਹ ਹੁੰਦੇ ਨੇ ਜੀ ਕਿ ਜਿੱਡੇ ਲੈਵਲ ਦੇ ਤੁਸੀਂ ਪਲੇਅਰ ਹੋ ਉਹਨੇ ਲੈਵਲ ਦੀ ਤੁਸੀਂ ਐਕਸਰਸਾਈਜ਼ ਨਹੀਂ ਕਰਦੇ, ਅੱਛਾ ਜੀ। ਜਾਂ ਤੁਸੀਂ ਪੂਰਾ ਵਾਰਮ ਅਪ ਨਹੀਂ ਕੀਤਾ, ਜੀ ਜਾਂ ਤੁਸੀਂ ਓਵਰ ਹੀਟ ਤੋਂ ਬਾਅਦ ਤੁਸੀਂ ਐਗਜ਼ਰਸ਼ਨ ਦਾ ਸ਼ਿਕਾਰ ਹੋ ਗਏ। ਪਿਛਲੇ ਦਿਨਾਂ 'ਚ ਪਾਕਿਸਤਾਨ 'ਚ ਕਬੱਡੀ ਬਹੁਤ ਜ਼ਿਆਦਾ ਹੋਈ ਹੈ। ਜੀ ਮਾਹਿਰੀਨ ਤੇ ਕਹਿ ਰਹੇ ਨੇ ਘੱਟ ਹੋਈ ਹੈ, ਲੇਕਿਨ ਮੇਰੇ ਖਿਆਲ 'ਚ ਜਿੰਨੇ ਪਲੇਅਰ ਹੈ ਸਨ ਉਹਨਾਂ ਦੇ ਹਿਸਾਬ ਨਾਲ ਜ਼ਿਆਦਾ ਹੋਈ ਹੈ। ਜੀ ਔਰ ਉਹ ਜਦੋਂ ਐਗਜ਼ਰਸ਼ਨ ਦਾ ਸ਼ਿਕਾਰ ਹੋਵੋਗੇ, ਓਵਰ ਕਮਿਟਡ ਹੋਵੋਗੇ, ਤਾਂ ਫਿਰ ਚੋਟਾਂ ਲੱਗਣਗੀਆਂ, ਜੀ ਪੱਠਿਆਂ ਦਾ ਖਿਚਾਓ ਹੋਏਗਾ, ਕ੍ਰੈਂਪਸ ਹੋਣਗੇ, ਇਸ ਤਰ੍ਹਾਂ ਦੇ ਮਸਲੇ ਹੋ ਜਾਂਦੇ ਨੇ। ਇਹਦੇ ਵਾਸਤੇ ਖਿਲਾੜੀਆਂ ਨੂੰ ਕੀ ਕੀ ਇਹਤਿਆਤਾਂ ਕਰਨੀਆਂ ਚਾਹੀਦੀਆਂ ਜੀ? ਮੇਜਰ ਤੇ ਜੀ ਇਹ ਸਾਡੇ ਪਲੇਅਰ ਜਿਹੜਾ ਨਾ ਜੀ, ਉਹ ਕਿਉਂਕਿ ਸਾਡਾ ਮੁਲਕ ਗਰਮ ਹੈ ਜੀ ਤੇ ਸ਼ਿੱਦਤ ਨਾਲ ਵਰਜ਼ਿਸ਼ ਦੇ ਦੌਰਾਨ, ਮੈਚ ਦੇ ਦੌਰਾਨ ਪਾਣੀ ਤੇ ਨਮਕੀਆਤ ਦੀ ਕਮੀ ਤੋਂ ਮਸਾਇਲ ਸਾਡੇ ਜ਼ਿਆਦਾ ਨੇ। 70% ਮਸਾਇਲ ਸਾਡੇ ਤਕਰੀਬਨ ਨਮਕੀਆਤ ਔਰ ਪਾਣੀ ਦੀ ਕਮੀ, ਕਿਉਂਕਿ ਮੈਚ ਧੁੱਪੇ ਹੁੰਦੇ ਨੇ, ਜੀ ਦਿਨ ਨੂੰ ਹੁੰਦੇ ਨੇ, ਜੀ ਤੇ ਉਹ ਨਮਕੀਆਤ ਦੀ ਕਮੀ, ਪਾਣੀ ਦੀ ਕਮੀ, ਇਹ ਮਸਲੇ ਦਾ ਜ਼ਿਆਦਾ। ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਸਾਡੇ ਖਿਲਾੜੀਆਂ ਨੂੰ। ਹਾਂਜੀ। ਖਿਲਾੜੀਆਂ ਦੀ ਖੁਰਾਕ ਜਿਹੜੀ ਹੈ ਉਹ ਕੀ ਹੋਣੀ ਚਾਹੀਦੀ ਜੀ? ਬੇਸਿਕਲੀ ਜਿਹੜੀਆਂ ਚੀਜ਼ਾਂ ਜਾਨਵਰਾਂ ਤੋਂ ਹਾਸਲ ਹੁੰਦੀਆਂ ਨੇ ਜੀ, ਜੀ ਉਹ ਤੁਹਾਨੂੰ ਐਗਜ਼ਰਸ਼ਨ 'ਚ ਜ਼ਿਆਦਾ ਹੈਲਪ ਕਰਦੀਆਂ ਨੇ। ਮਸਲਨ ਗੋਸ਼ਤ ਹੈ, ਦੁੱਧ ਹੈ, ਦਹੀਂ ਹੈ, ਲੱਸੀ ਹੈ, ਜੀ ਜਿਹੜੀਆਂ ਚੀਜ਼ਾਂ ਸਾਨੂੰ ਜਾਨਵਰਾਂ ਤੋਂ ਹਾਸਲ ਹੁੰਦੀਆਂ ਨੇ, ਜੀ ਉਹ ਗੇਮ ਦੇ ਵਿੱਚ ਜ਼ਿਆਦਾ ਇਸਤੇਮਾਲ ਕਰਨ ਨਾਲ ਜ਼ਿਆਦਾ ਬਿਹਤਰੀ ਰਹਿੰਦੀ ਹੈ। ਯਾਨੀ ਦੁੱਧ, ਗੋਸ਼ਤ, ਦਹੀਂ, ਮੱਖਣ, ਇਹ ਖਿਲਾੜੀਆਂ ਨੂੰ ਜ਼ਿਆਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ। ਇਸਤੇਮਾਲ ਅੰਡੇ ਵੀ, ਜਿਹੜੀਆਂ ਵੀ ਚੀਜ਼ਾਂ ਜਿਹੜੀਆਂ ਜਾਨਦਾਰਾਂ ਤੋਂ, ਆਰਟੀਫਿਸ਼ਲ ਤੋਂ ਬਚਣਾ ਚਾਹੀਦਾ। ਡਾਕਟਰ ਸਾਹਿਬ ਇਹ ਤਾਂ ਤੁਸੀਂ ਖੁਰਾਕ ਦੱਸ ਦਿੱਤੀ, ਹਾਂਜੀ। ਤੇ ਇਹਤਿਆਤ ਕੀ ਕਰਨ ਖਿਲਾੜੀ ਜੀ ਜਿਹੜਾ ਉਹ ਬਚਣ ਇਹਨਾਂ ਚੀਜ਼ਾਂ ਤੋਂ? ਇਹਤਿਆਤ ਜਿਹੜੀ ਹੈ ਨਾ ਜੀ, ਪਹਿਲੀ ਗੱਲ ਤੇ ਇਹ ਹੈ ਕਿ ਸਾਡੇ ਮੁਲਕ 'ਚ ਜਿਹੜੀ ਅਤਾਈਅਤ ਹੈ ਨਾ ਜੀ, ਉਹ ਹਰ ਦੂਸਰਾ ਬੰਦਾ ਦਵਾਈ ਬਣਾ ਵੀ ਲੈਂਦਾ ਹਾਂਜੀ ਔਰ ਦਵਾਈ ਵੇਚ ਵੀ ਲੈਂਦਾ। ਜੀ ਇਹ ਜਿਹੜੀ ਚੀਜ਼ ਹੈ ਨਾ ਜੀ, ਇਹ ਅੱਗੇ ਚੱਲ ਕੇ ਡੋਪ ਟੈਸਟ ਮੁਸਬਤ ਕਰਦੀ ਹੈ। ਉਹ ਬਹੁਤ ਸਾਰੀਆਂ ਤਾਕਤ ਬਖਸ਼ ਅਦਵੀਆਂ ਜਿਹੜੀਆਂ ਆਮ ਲੋਕ ਜਾਣਦੇ ਨੇ, ਜੀ ਉਹ ਭਲਵਾਨਾਂ ਲਈ ਮੁਜ਼ਰ ਹੁੰਦੀਆਂ ਨੇ। ਉਹ ਭਲਵਾਨਾਂ ਲਈ ਮੁਜ਼ਰ ਹੋਣੀ ਹੈ। ਮੁਜ਼ਰ ਠੀਕ ਹੁੰਦੀਆਂ ਨੇ। ਤੀਸਰਾ, ਹਰ ਕਿਸਮ ਦੀ ਚੋਟ ਦੀ ਬਿਮਾਰੀ ਜਿਹੜੀ ਹੈ, ਹੈ ਹਰ ਕਿਸਮ ਦੀ ਚੋਟ ਦੀ ਦਵਾਈ, ਮਸਲਨ ਕੁਝ ਚੋਟਾਂ ਅਸਾਬੀ ਹੁੰਦੀਆਂ ਨੇ, ਜੀ ਅਸਾਬੀ ਚੋਟ ਦੀ ਦਵਾਈ ਮੁਖਤਲਿਫ ਹੁੰਦੀ ਹੈ, ਪੱਠੇ ਦੀ ਚੋਟ ਦੀ ਦਵਾਈ ਮੁਖਤਲਿਫ ਹੁੰਦੀ ਹੈ। ਜੀ ਮਕੈਨੀਕਲ ਚੋਟਾਂ, ਮਸਲਨ ਤੁਸੀਂ ਕਿਸੇ ਮਸ਼ੀਨ ਦੇ ਵਿੱਚ ਹੱਥ ਦੇ ਲਿਆ ਜੀ ਤੇ ਜਾਂ ਵੈਸੇ ਹੀ ਹੱਥ 'ਤੇ ਸੋਟਾ ਵੱਜ ਗਿਆ, ਉਹਨਾਂ ਦੀ ਦਵਾਈ ਮੁਖਤਲਿਫ ਹੋਏਗੀ। ਠੀਕ ਹੈ ਜੀ। ਤੇ ਉਹ ਜਿਹੜਾ ਹੈ ਜੀ, ਇਹ ਖੇਲ ਦੀਆਂ ਜਿਹੜੀਆਂ ਚੋਟਾਂ ਹੁੰਦੀਆਂ ਨੇ ਨਾ ਜੀ, ਇਹ ਬਹੁਤ ਗਹਿਰੇ ਲੈਵਲ ਤੱਕ, ਜਿੱਥੋਂ
ਹੱਡੀ ਔਰ ਗੋਸ਼ਤ ਦਾ ਆਪਸ 'ਚ ਜੋੜ ਹੁੰਦੇ ਨੇ, ਜੀ ਉੱਥੋਂ ਤੱਕ ਪਹੁੰਚੀਆਂ ਹੁੰਦੀਆਂ ਨੇ। ਹੂੰ। ਔਰ ਇਹਦੇ ਵਾਸਤੇ ਮਾਹਿਰ ਬੰਦਾ ਹੀ ਚਾਹੀਦਾ ਹੁੰਦਾ, ਜਿਹੜਾ ਤੁਹਾਡੀ ਫਿਟਨੈਸ ਨੂੰ ਵੀ ਹਰਟ ਕੀਤੇ ਬਗੈਰ, ਤੁਹਾਡੀ ਫਿਟਨੈਸ ਜ਼ਾਇਆ ਕੀਤੇ ਬਗੈਰ ਤੁਹਾਡਾ ਇਲਾਜ ਵੀ ਕਰ ਦੇਵੇ, ਔਰ ਤੁਸੀਂ ਬੈਕ ਟੂ ਗਰਾਊਂਡ ਆਪਣੀ ਜਾ ਕੇ ਆਪਣੀ ਖੇਲ ਨੂੰ ਜਾਰੀ ਰੱਖ ਸਕੋ। ਉਹ ਬੰਦਾ ਚਾਹੀਦਾ ਜਿਹੜਾ ਇਹਦਾ ਇਲਾਜ ਕਰ ਦੇਵੇ। ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਡੋਪ ਟੈਸਟ ਦਾ, ਹਾਂਜੀ, ਇਹ ਕੀ ਹੁੰਦਾ ਤੇ ਕਿਹੜੀਆਂ ਚੀਜ਼ਾਂ ਨਾਲ ਪੋਜ਼ਿਟਿਵ ਆਉਂਦਾ ਜੀ? ਸਾਡੇ ਇੱਥੇ ਆਮ ਤੌਰ ਤੇ ਜਿਹੜਾ ਨਾ ਜੀ, ਇਹ ਪਿਸ਼ਾਬ ਆਵਰ ਅਦਵਿਆਤ ਨਾਲ ਜੀ ਔਰ ਤਾਕਤ ਬਖਸ਼ ਅਦਵਿਆਤ ਨਾਲ, ਮਸਲਨ ਕਾਰਬਾਮੈਜ਼ਾਪੀਨ ਹੈ, ਜਿਹੜੀ ਪੱਠਿਆਂ ਨੂੰ ਐਗਜ਼ਰਸ਼ਨ ਤੋਂ ਬਾਵਜੂਦ ਵੀ ਉਹਨਾਂ ਕੋਲੋਂ ਕੰਮ ਲੈਂਦੀ ਹੈ। ਜੀ ਮਸਲ ਰਿਲੈਕਸੈਂਟ ਨੇ, ਕੋਈ ਡੂਪ ਟੈਸਟ ਆਉਂਦੇ ਨੇ, ਜੀ ਕੁਛ ਚੀਜ਼ਾਂ ਹਾਰਮੋਨਲ ਬੇਸ ਜਿਹੜੀਆਂ ਨੇ ਉਹ ਡੂਪ ਟੈਸਟ ਆਉਂਦੀਆਂ ਨੇ। ਜੀ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਗੈਰ ਜ਼ਰੂਰੀ ਇਸਤੇਮਾਲ ਜਿਹੜਾ ਨਾ ਜੀ, ਉਹਨੂੰ ਰੋਕਣ ਲਈ ਇੰਟਰਨੈਸ਼ਨਲੀ ਏਜੰਸੀਆਂ ਬਣਾਈਆਂ ਗਈਆਂ ਨੇ, 2 ਜਿਹੜੀਆਂ ਇਹਨੂੰ ਮੋਨੀਟਰ ਕਰਦੀਆਂ ਨੇ, ਜੀ ਤਾਂ ਕਿ ਇਹ ਕੋਈ ਭਲਵਾਨਾਂ ਦੇ ਵਿੱਚ ਨਸ਼ਾ ਵਗੈਰਾ ਵਾਲੀ ਜਿਹੜੀਆਂ ਚੀਜ਼ਾਂ ਨੇ ਉਹ ਇਸਤੇਮਾਲ ਨਾ ਹੋਣ। ਔਰ ਇਹਦਾ ਸਾਨੂੰ ਫਾਇਦਾ ਹੋਇਆ, ਸਾਨੂੰ ਨੈਚੁਰਲ ਗੇਮ ਵੇਖਣ ਨੂੰ ਮਿਲਦੀ ਹੈ। ਅਦਰਵਾਈਜ਼ ਤੇ ਬਹੁਤ ਕੁਝ ਹੋ ਰਿਹਾ, ਲੋਕਾਂ ਦੇ 4 ਗੋਲਡ ਮੈਡਲ ਵੀ ਵਾਪਸ ਹੋਏ। ਇਹ ਟੈਸਟ ਪੋਜ਼ਿਟਿਵ ਆਉਣ ਦੀ ਵਜ੍ਹਾ ਤੋਂ। ਡਾਕਟਰ ਸਾਹਿਬ, ਅਕਸਰ ਜਿਹੜਾ ਆ ਇਹ ਇਹਨਾਂ ਨੂੰ ਰੀੜ੍ਹ ਦੀ ਹੱਡੀ ਦਾ ਸੱਟ ਲੱਗ ਜਾਂਦੀ ਹੈ ਤੇ ਫਿਰ ਉਹ ਮਫਲੂਜ ਹੋ ਜਾਂਦਾ ਬੰਦਾ, ਉਹਦਾ ਇਲਾਜ ਹੈ? ਬੰਦੇ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਕੀਮਤੀ ਜਿਹੜੀ ਹੈ ਨਾ, ਬ੍ਰੇਨ ਸਪਾਈਨ ਕੋਡ ਹੀ ਹੁੰਦਾ ਹੈ। ਜੀ ਅਗਰ ਇਹਨੂੰ ਹਰਟ ਹੋ ਜਾਵੇ ਤੇ ਇਹਦੇ ਵਿੱਚ ਇਹ ਵੇਖਣਾ ਹੁੰਦਾ ਹੈ ਕਿ ਕਿਤੇ ਸਪਾਈਨ ਨੂੰ ਕੱਟ ਤੇ ਨਹੀਂ ਲੱਗ ਗਿਆ। ਸਪਾਈਨ ਦਾ ਕੱਟ ਅਲਟੀਮੇਟ ਆ ਜੀ, ਉਹ ਸਾਡੀ ਮਜਬੂਰੀ ਹੈ, ਸਾਡੇ ਕੋਲ ਉਹਦਾ ਕੋਈ ਖਾਸ ਇਲਾਜ ਨਹੀਂ ਹੈ। ਜੀ ਕੰਪਰੈਸ਼ਨ ਹੋ ਜਾਂਦੀ ਹੈ ਜਾਂ ਹਲਕਾ ਫੁਲਕਾ ਟੀਅਰ ਬਣ ਜਾਂਦਾ ਤੇ ਉਹਦਾ ਇਲਾਜ ਹੈ। ਐਲੋਪੈਥੀ 'ਚ ਵੀ ਹੈ, ਹੋਮਿਓਪੈਥੀ 'ਚ ਵੀ ਹੈ, ਆਯੁਰਵੇਦ 'ਚ ਵੀ ਹੈ। ਕਮਰ ਦੀਆਂ ਬਿਮਾਰੀਆਂ ਦਾ ਬੜੀ ਹੱਦ ਤੱਕ ਫੈਲਣ ਦੀ ਵਜ੍ਹਾ ਸਾਡਾ ਗੈਰ ਜ਼ਰੂਰੀ ਮਸ਼ੀਨਾਂ ਦਾ ਇਸਤੇਮਾਲ ਹੈ। ਜੀ ਮੋਟਰਸਾਈਕਲ, ਕਾਰ, ਬੱਸ, ਟਰੱਕ, ਜਦੋਂ ਦਾ ਅਸੀਂ ਇਸਤੇਮਾਲ ਕਰਨਾ ਜ਼ਿਆਦਾ ਕੀਤਾ, ਉਦੋਂ ਦੀਆਂ ਰੀੜ੍ਹ ਦੀ ਹੱਡੀ ਦੇ ਮਸਾਇਲ ਵਧੇ। ਜੀ ਦੂਸਰਾ, ਜਿਹੜੀਆਂ ਦੁੱਧ ਲੱਸੀ ਦਾ ਇਸਤੇਮਾਲ ਕੈਲਸ਼ੀਅਮ ਦੀ ਕਮੀ ਦਾ ਬਾਇਸ, ਉਹ ਦੁੱਧ ਲੱਸੀ ਦਾ ਇਸਤੇਮਾਲ ਨਾ ਕਰਨ ਦੀ ਵਜ੍ਹਾ ਤੋਂ ਕੈਲਸ਼ੀਅਮ ਦੀ ਕਮੀ ਹੁੰਦੀ ਹੈ, ਜੀ ਤੇ ਕੈਲਸ਼ੀਅਮ ਦੀ ਕਮੀ ਜਿਹੜੀ ਆ ਉਹ ਅਲਟੀਮੇਟਲੀ ਕਮਰ ਦੀ ਕਮਜ਼ੋਰੀ ਦਾ ਨਤੀਜਾ ਬਣਦੀ ਹੈ। ਜੀ ਔਰ ਉਹਦੀ ਵਜ੍ਹਾ ਤੋਂ ਸਾਡੇ ਖਿਲਾੜੀਆਂ 'ਚ ਹੀ ਨਹੀਂ, ਆਮ ਤੌਰ 'ਤੇ ਆਮ ਲੋਕਾਂ 'ਚ ਵੀ, ਛੋਟਿਆਂ ਬੱਚਿਆਂ 'ਚ ਵੀ ਰੀੜ੍ਹ ਦੀ ਹੱਡੀ ਦੇ ਦਰਦ ਦੇ ਮਸਾਇਲ, ਰੀੜ੍ਹ ਦੀ ਹੱਡੀ ਦੇ ਮੋਹਰਿਆਂ ਦੇ ਮਸਾਇਲ, ਰੀੜ੍ਹ ਦੀ ਹੱਡੀ ਦੇ ਡਿਸਕਾਂ ਦੇ ਮਸਾਇਲ ਇਹ ਜ਼ਿਆਦਾ ਹੁੰਦੇ ਜਾ ਰਹੇ ਨੇ। ਇਹਦੇ ਵਾਸਤੇ ਵਾਕ ਔਰ ਇਹਦੇ ਵਾਸਤੇ ਦੁੱਧ ਦਾ ਇਸਤੇਮਾਲ ਜਿਹੜਾ ਹੈ, ਫਰੂਟ ਦਾ ਇਸਤੇਮਾਲ ਇਹ ਵਧਾਉਣਾ ਪਏਗਾ, ਤੇ ਫਿਰ ਇਹ ਜਾ ਕੇ ਕੰਟਰੋਲ ਹੋ ਸਕਦਾ। ਇਹ ਜਿਹੜੇ ਮੋਹਰੇ ਆ ਉਹ ਵੀ ਇਸੇ ਕੈਟਾਗਰੀ ਚ ਆ ਜਾਂਦੇ? ਮੋਹਰਿਆਂ ਦੀ ਵੀ ਬਹੁਤ ਬਿਮਾਰੀ ਅੱਜ ਕੱਲ੍ਹ ਫੈਲੀ। ਕਮਰ ਹੁੰਦੀ ਮੋਹਰਿਆਂ ਦੀ ਹੈ ਜੀ। ਅੱਛਾ ਅੱਛਾ ਰੀੜ੍ਹ ਦੀ ਹੱਡੀ ਨੂੰ ਹੀ ਕਮਰ ਆਉਂਦੇ ਜੀ। ਜੀ ਜੀ ਹਾਂਜੀ। ਹਾਂਜੀ, ਇਹ ਉਹੀ ਚੀਜ਼ ਹੈ। ਕਈ ਲੋਕਾਂ ਦੇ ਪੱਠੇ ਬਹੁਤ ਮੁਤਾਸਰ ਹੁੰਦੇ ਆ, ਕਹਿੰਦੇ ਪੱਠਾ ਖਿੱਚਿਆ ਗਿਆ। ਇਹਦੇ ਪਿੱਛੇ ਕਈ ਵਜੂਹਾਤ ਹੋ ਸਕਦੀਆਂ ਨੇ ਜੀ। ਨਮਕੀਆਤ ਦੀ ਕਮੀ ਵੀ ਹੋ ਸਕਦੀ ਹੈ, ਵਿਟਾਮਿਨ ਡੀ ਦੀ ਕਮੀ ਵੀ ਹੋ ਸਕਦੀ ਹੈ, ਜੀ ਔਰ ਲੇਟਣ ਦਾ ਤਰੀਕਾ। ਜੀ ਤੁਸੀਂ ਅਗਰ ਜ਼ਿਆਦਾ ਨਰਮ ਬਿਸਤਰੇ ਇਸਤੇਮਾਲ ਕਰਦੇ ਹੋ ਤਾਂ ਉਹਦੇ ਨਾਲ ਵੀ ਰੀੜ੍ਹ ਦੀ ਹੱਡੀ ਖਰਾਬ ਹੁੰਦੀ ਹੈ। ਜੀ ਜ਼ਿਆਦਾ ਸੀੜੀਆਂ ਚੜ੍ਹਦੇ ਹੋ ਤਾਂ ਉਹਦੇ ਨਾਲ ਵੀ ਹੁੰਦੀ ਹੈ। ਜੀ ਔਰ ਬੇਆਰਾਮੀ ਜਿਹੜੀ ਹੈ, ਜੀ ਭਰਪੂਰ ਨੀਂਦ ਦਾ ਨਾ ਲੈਣਾ ਵੀ ਇਹਦੀ ਇੱਕ ਮੇਨ ਰੀਜ਼ਨ, ਇਹਦੀ ਇੱਕ ਮੇਨ ਵਜ੍ਹਾ ਹੈ। ਨੀਂਦ ਪੂਰੀ ਨਾ ਕਰਨਾ। ਇੱਕ ਨਾਰਮਲ ਆਦਮੀ ਨੂੰ ਕਿੰਨੇ ਘੰਟੇ ਸੌਣਾ ਚਾਹੀਦਾ ਜੀ? ਇਹ 8 ਤੋਂ 9 ਘੰਟੇ ਦੇ ਦਰਮਿਆਨ ਹੈ ਜੀ। ਜਿਤਨੀ ਵੀ ਸਾਰਾ ਦਿਨ ਅਸੀਂ ਕੰਮ ਕਰਨੇ ਆ ਤੇ ਜਿਸਮ ਦੇ ਵਿੱਚ ਟੁੱਟ ਫੁੱਟ ਹੁੰਦੀ ਹੈ, ਟੁੱਟ ਹੁੰਦੀ ਹੈ, ਉਹ ਟੁੱਟ ਫੁੱਟ ਦਾ ਜਿਹੜਾ ਰਿਪੇਅਰ ਹੈ, ਮੁਰੰਮਤ ਹੈ, ਉਹ ਸੁੱਤਿਆਂ ਪਿਆਂ ਹੀ ਹੁੰਦੀ ਹੈ। ਜੀ ਅਗਰ ਤੁਸੀਂ ਪ੍ਰੋਪਰ ਨੀਂਦ ਨਹੀਂ ਲਈ ਤੇ ਤੁਸੀਂ ਆਪਣੇ ਜਿਸਮ ਨੂੰ ਰੀਬਿਲਡ ਨਹੀਂ ਕੀਤਾ। ਜੀ ਉਹ ਜੇ ਰੀਬਿਲਡ ਨਹੀਂ ਕਰੋਗੇ ਤੇ ਵੇਅਰ ਟੇਅਰ, ਟੁੱਟ ਭੱਜ ਜ਼ਿਆਦਾ ਹੋ ਜਾਏਗੀ, ਔਰ ਫਿਰ ਹੱਡੀਆਂ ਕੀ ਪੱਠੇ ਵੀ ਬਿਮਾਰ ਹੋ ਜਾਣਗੇ।
ਇਹ ਤੁਸੀਂ ਇਹ ਫਰਮਾਇਆ ਕਿ 8 ਤੋਂ 9 ਘੰਟੇ ਦੇ ਦਰਮਿਆਨ ਨੀਂਦ ਹੋਣੀ ਚਾਹੀਦੀ ਹੈ। ਇਹ ਮੁਸਲਸਲ ਹੋਣੀ ਚਾਹੀਦੀ ਜਾਂ ਵਕਫੇ ਵਕਫੇ ਨਾਲ ਵੀ, ਕੁਝ ਦੁਪਹਿਰ ਨੂੰ, ਕੋਈ ਸ਼ਾਮ ਨੂੰ, ਕੋਈ ਰਾਤ? ਵਕਫੇ ਤੇ ਵਕਫੇ ਹੀ ਹੁੰਦੇ ਨੇ ਜੀ। ਇਹ ਭਰਪੂਰ ਨੀਂਦ ਜਿਹੜੀ ਹੈ ਨਾ ਜੀ, ਉਹ 8 ਤੋਂ 9 ਘੰਟੇ ਦੇ ਦਰਮਿਆਨ ਇੱਕੋ ਮੁਸਲਸਲ। ਹਾਂ। ਅੱਛਾ ਜੀ, ਤੁਸੀਂ ਇਹ ਫਰਮਾਇਆ ਕਿ ਜਿਹੜਾ ਮਸ਼ੀਨਰੀ ਦਾ ਇਸਤੇਮਾਲ ਆ ਉਹਦੇ ਨਾਲ ਸਾਡੇ ਜਿਹੜੀ ਜ਼ਿੰਦਗੀ ਆ ਉਹ ਅਜੀਰਨ ਹੋਈ ਹੈ ਕੁਝ, ਹਾਂਜੀ। ਤੇ ਮੋਬਾਈਲ ਤਾਂ ਨਹੀਂ ਕੋਈ ਜ਼ਿੰਦਗੀ ਤੇ ਅਸਰ ਪਾਉਂਦਾ ਜੀ? ਇਸਤੇਮਾਲ ਹੈ ਜੀ, ਜਿਹੜੀ ਸ਼ੈ ਵੀ ਲੈ ਲਓ। ਤੁਹਾਡੇ ਕੋਲ ਇੱਕ ਪੈਨਸਲ ਹੈ, ਉਹਨੂੰ ਤੁਸੀਂ ਹਰ ਵੇਲੇ ਹੱਥ 'ਚ ਹੀ ਫੜੀ ਰੱਖੋ ਤੇ ਇੱਕ ਵਕਤ ਆਏਗਾ ਤੁਹਾਡਾ ਹੱਥ ਵੀ ਕਮਜ਼ੋਰ ਹੋਏਗਾ ਹੀ। ਠੀਕ ਹੈ। ਹਰ ਚੀਜ਼ ਦਾ ਮੁਸਬਤ ਇਸਤੇਮਾਲ ਹੀ ਇਜਾਜ਼ਤ ਹੈ। ਇੱਕ ਬੰਦਾ ਹਰ ਵੇਲੇ ਮੋਬਾਈਲ ਕੰਨ ਨੂੰ ਹੀ ਲਾਈ ਰੱਖਦਾ ਜੀ, ਤੇ ਫਿਰ ਕੰਨ ਕੋਈ ਨਹੀਂ ਜਾਂ ਹੱਥ ਕੋਈ ਨਹੀਂ। ਯਾਨੀ ਹਰ ਚੀਜ਼ ਜਿਹੜੀ ਮਿਆਨਾ ਰਵੀ ਚ, ਜਿਸ ਤਰ੍ਹਾਂ ਸਾਡਾ ਦੀਨ ਕਹਿੰਦਾ ਉਸ ਤਰ੍ਹਾਂ ਹੈ, ਮਿਆਨਾ ਰਵੀ ਇਖਤਿਆਰ ਕਰਨੀ ਚਾਹੀਦੀ ਜਾਂ ਸਰਫੇ ਨਾਲ, ਹਾਂਜੀ। ਸਰਫਾ ਕਹਿ ਲਓ ਤੁਸੀਂ, ਸਰਫਾ। ਜ਼ਿਆਦਾ ਬਿਹਤਰ ਕਿ ਸਰਫਾ ਕਰਨਾ ਚਾਹੀਦਾ। ਸਰਫਾ ਕਰੋ ਇਹਦੇ ਇਸਤੇਮਾਲ 'ਚ। ਠੀਕ। ਅੱਛਾ ਡਾਕਟਰ ਸਾਹਿਬ, ਆਖਰ ਤੇ ਜਿਹੜੇ ਸਾਡੇ ਨੌਜਵਾਨ ਖਿਲਾੜੀ ਸ਼ੌਕ ਰੱਖਦੇ ਆ ਭਲਵਾਨੀ ਦਾ, ਉਹਨਾਂ ਵਾਸਤੇ ਕੋਈ ਮਸ਼ਵਰਾ? ਇਹ ਪੁੱਛਣ ਪੇਨ ਕਿਆ ਹੈ? ਮਿਹਨਤ ਅੱਲਾਹ ਪਾਕ ਕਿਸੇ ਦੀ ਵੀ ਜ਼ਾਇਆ ਨਹੀਂ ਕਰਦਾ। ਪਹਿਲੀ ਮਿਹਨਤ- ਗੱਲ ਤੇ ਇਹ ਹੈ ਕਿ ਕੋਈ ਜੀ। ਸ਼ਾਰਟਕਟ ਨਹੀਂ, ਠੀਕ ਹੈ ਜੀ। ਤਕਦੀਰ ਦੀਆਂ ਸੜਕਾਂ ਤੇ ਕੋਈ ਮੁਰੰਮਤ ਨਹੀਂ, ਜੀ ਲੇਕਿਨ ਸਾਦਾ ਰਹਿਣ ਨਾਲ ਜੀ, ਉਹ ਸੜਕਾਂ ਆਪੇ ਹੀ ਡਿਊਰੇਬਲ ਹੁੰਦੀਆਂ ਜਾਂਦੀਆਂ। ਠੀਕ ਹੈ ਜੀ। ਤੇ ਇੱਕ ਬੰਦਾ ਅਗਰ ਆਪਣੇ ਕਿਸੇ ਪਿੰਡ ਦੇ ਅਖਾੜੇ ਦੇ ਵਿੱਚ ਮਿਹਨਤ ਕਰ ਰਿਹਾ ਤੇ ਉਹ ਇਹ ਮਤ ਖਿਆਲ ਕਰੇ ਕਿ ਉਹਦੀ ਮਿਹਨਤ ਜ਼ਾਇਆ ਹੋ ਰਹੀ। ਜੀ ਮਿਹਨਤ ਹੀ ਆ, ਉਹ ਹਿੰਦੂ ਕਰ ਲੈ, ਮੁਸਲਮਾਨ ਕਰ ਲੈ, ਸਿੱਖ ਕਰ ਲੈ, ਜ਼ਾਇਆ ਨਹੀਂ ਹੋਣੀ। ਠੀਕ ਹੈ ਦੂਸਰੀ ਗੱਲ ਇਹ ਹੈ ਕਿ ਲਗਾਤਾਰ ਕਾਮਯਾਬੀ ਤੁਸੀਂ ਕਿਸੇ ਵੀ ਫੀਲਡ 'ਚ ਚਾਹੁੰਦੇ ਹੋ ਜੀ। ਤੇ ਪੁਖਤਾ ਸੋਚ, ਲਗਾਤਾਰ ਅਮਲ ਤੋਂ ਬਗੈਰ ਨਹੀਂ ਉਹ ਤੁਹਾਨੂੰ ਮਿਲ ਸਕਦੀ। ਜੀ ਠੀਕ ਹੈ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ। ਅੱਛਾ ਡਾਕਟਰ ਸਾਹਿਬ, ਮੇਰੇ ਅੱਬਾ ਜੀ ਨੇ ਇੱਕ ਸਵਾਲ ਕੀਤਾ, ਕਹਿੰਦੇ ਛਿੰਨ ਪਿੰਨ ਕੀ ਚੀਜ਼ ਹੁੰਦੀ ਹੈ? ਇਹ ਸਾਡੀ ਪਿੰਡਲੀਆਂ ਤੋਂ ਥੱਲੇ ਜਿਹੜੀ ਘੁੱਟਨੇ ਤੋਂ ਥੱਲੇ ਜਿਹੜੀ ਪਿੰਡਲੀ ਦਾ ਹਿੱਸਾ ਹੈ, ਇਹਦੇ ਨਾਲ ਗੋਸ਼ਤ ਦਾ ਇੱਕ ਹਿੱਸਾ ਹੈ ਹਾਂਜੀ। ਜਿਹੜਾ ਹੱਡੀ ਦੇ ਨਾਲ ਜੁੜਿਆ ਹੁੰਦਾ ਹੈ। ਬੰਦਾ ਜਦੋਂ ਸ਼ੁਰੂ 'ਚ ਪ੍ਰੈਕਟਿਸ ਕਰਨਾ ਸ਼ੁਰੂ ਕਰਦਾ ਜਾਂ ਦੌੜਦਾ ਹੈ ਜੀ ਤੇ ਉਸ ਗੋਸ਼ਤ ਨੂੰ ਦਰਦ ਹੁੰਦੀ ਹੈ। ਜੀ। ਉਹ ਜਿਹੜੀ ਦਰਦ ਹੈ, ਉਹ ਇਬਤਦਾਈ ਦੌੜ ਦੇ ਪਹਿਲੇ ਦਿਨਾਂ 'ਚ ਜੀ। ਜਿਹੜੀ ਦਰਦ ਹੁੰਦੀ ਹੈ, ਉਹਨੂੰ ਅਸੀਂ ਸ਼ਿਨ ਪੇਨ ਦੇ ਨਾਂ ਤੋਂ ਯਾਦ ਕਰਨੇ ਆ। ਹਾਂਜੀ। ਉਹ ਆਮ ਤੌਰ ਤੇ ਗਰਮੀਆਂ ਦੇ ਵਿੱਚ 14 ਤੋਂ 16 ਦਿਨ ਔਰ ਜੀ। ਸਰਦੀਆਂ 'ਚ 21 ਤੋਂ 30 ਦਿਨਾਂ 'ਚ ਖਤਮ ਹੋ ਜਾਂਦੀ। ਜੀ। ਇਹਦਾ ਕੋਈ ਇਲਾਜ ਹੁੰਦਾ ਜਾਂ ਆਪੇ ਖਤਮ ਹੋ ਜਾਂਦੀ ਜੀ? ਇਹਦਾ ਐਸਾ ਇਲਾਜ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜੀ। ਲੇਕਿਨ ਹਲਕੀ ਫੁਲਕੀ ਦਰਦ ਖਤਮ ਕਰਨ ਵਾਲੀ ਦਵਾਈ ਇਸਤੇਮਾਲ ਕੀਤੀ ਜਾ ਸਕਦੀ ਹੈ। ਜੀ। ਬਾਕੀ ਇਹਨੂੰ ਗਰਮ ਪਾਣੀ ਦੀ ਟਕੋਰ ਜਿਹੜੀ ਹੈ, ਜਿਹੜੇ ਸਿਆਣੇ ਉਸਤਾਦ ਦੱਸਦੇ ਸਨ, ਗਰਮ ਪਾਣੀ ਦੀ ਟਕੋਰ ਜੀ ਜਾਂ ਤੇਲ ਦੀ ਮਾਲਿਸ਼, ਉਹ ਇਹਦਾ ਫਾਇਦਾ ਕਰਦਾ। ਜੀ। ਡਾਕਟਰ ਸਾਹਿਬ, ਇਹ ਤਾਂ ਭਲਵਾਨਾਂ ਲਈ ਹੋ ਗਈ, ਬਜ਼ੁਰਗਾਂ ਵਾਸਤੇ ਕੋਈ ਗੱਲ ਜੀ? ਜਿਹੜੇ ਸਾਡੇ ਪੰਜਾਬ ਦੇ ਬਜ਼ੁਰਗਾਂ ਦੀ ਗੱਲ ਹੈ ਤੇ ਉਹ 1 ਪਾਈਆ ਦੁੱਧ ਤੇ 1 ਪਾਈਆ ਫਰੂਟ ਬਜ਼ੁਰਗਾਂ ਵਾਸਤੇ ਲਾਜ਼ਮੀ ਖਾਣਾ ਹੈ ਜੀ। 1 ਪਾਈਆ ਦੁੱਧ, 1 ਪਾਈਆ ਫਰੂਟ ਜੀ। ਹਾਂਜੀ। ਠੀਕ ਔਰ ਹੈ। ਦੂਸਰਾ, ਜਿਹੜੇ ਬਜ਼ੁਰਗ ਸ਼ੂਗਰ ਦੇ ਮਰੀਜ਼ ਨੇ, ਉਹ ਅੰਬ, ਅੰਗੂਰ, ਖਜੂਰ ਨਾ ਖਾਣ ਤੇ ਬਾਕੀ ਫਰੂਟ ਉਹ 1 ਪਾਈਆ ਖਾਂਦੇ ਰਹਿਣ ਤੇ ਉਹਨਾਂ ਲਈ ਉਹ ਬਿਹਤਰ ਹੈ। ਅੰਬ, ਅੰਗੂਰ ਤੇ ਖਜੂਰ ਜਿਹੜੀ ਹੈ ਨਾ ਜੀ, ਉਹ ਸ਼ੂਗਰ ਵਾਲੇ ਵਾਸਤੇ ਮੁਜ਼ਰ ਹੁੰਦੀ ਹੈ। ਮੁਜ਼ਰ ਤੇ ਸਾਰੇ ਮਿੱਠੇ ਹੁੰਦੇ ਨੇ, ਲੇਕਿਨ ਹਲਕੇ ਮਿੱਠੇ ਵਾਲੇ ਫਰੂਟ ਨੇ, ਮਸਲਨ ਆੜੂ ਹੈ, ਜਾਮਨੂੰ ਹੈ, ਸ਼ੂਗਰ ਵਾਲੇ ਖਾ ਸਕਦੇ ਨੇ। ਜੀ। ਜਿਨ੍ਹਾਂ ਬਜ਼ੁਰਗਾਂ ਨੂੰ ਸ਼ੂਗਰ ਨਹੀਂ ਹੈ ਜੀ। ਉਹ 1 ਪਾਈਆ ਫਰੂਟ ਔਰ 1 ਪਾਈਆ ਦੁੱਧ ਤੇ ਅਗਰ ਅਮਲ ਕਰਨ ਜੀ। ਤੇ ਉਹਨਾਂ ਦੀਆਂ ਹੱਡੀਆਂ ਦੀ ਮਜ਼ਬੂਤੀ ਔਰ ਜਿਸਮ ਦੇ ਵਿੱਚ ਤੰਦਰੁਸਤੀ ਦਾ ਜ਼ਿਆਦਾ ਬਿਹਤਰ ਚਾਂਸ ਹੋਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਕੁਝ ਟਾਈਮ ਸਾਨੂੰ ਦਿੱਤਾ ਜੀ, ਔਰ ਇਨਸ਼ਾ ਅੱਲਾਹ ਤਾਲਾ ਤੁਹਾਡਾ ਇਹ ਜਿਹੜਾ ਤੁਹਾਡਾ ਟਾਈਮ ਦਿੱਤਾ ਜੀ, ਬਹੁਤ ਸਾਰਿਆਂ ਦਾ ਭਲਾ ਕਰੇਗਾ ਜੀ। ਅਸਲਾਮ ਵਾਲੇਕਮ ਜੀ। ਪਾਕਿਸਤਾਨ ਜ਼ਿੰਦਾਬਾਦ। ਪਾਕਿਸਤਾਨ ਜ਼ਿੰਦਾਬਾਦ।